हाँ जी स्टूडेंट, तो मैं कृष्ण यादव ਤੁਹਾਡਾ GSY कृष्ण यादव YouTube ਚੈਨਲ ਦੇ ਉੱਪਰ ਸਵਾਗਤ ਕਰਦਾ ਹਾਂ। ਤੇ ਦੇਖੋ ਆਪਾਂ ਦੋ ਕਲਾਸਿਸ ਆਪਾਂ ਪੋਲੀਟੀਕਲ ਸਾਇੰਸ ਦੀ ਜਿਹੜੀ ਸੀਰੀਜ਼ ਦੀ ਆਪਾਂ ਗੱਲ ਕਹੀ ਸੀ ਕਿ ਤੁਹਾਨੂੰ ਉਹਦੇ ਵਿੱਚ ਆਪਾਂ ਕਲਾਸ 1 ਤੇ ਕਲਾਸ 2 ਕਰ ਚੁੱਕੇ ਹਾਂ ਇਹਦੇ ਵਿੱਚ। ਤੇ ਇਸ ਤੋਂ ਪਹਿਲਾਂ ਆਪਾਂ ਕਲਾਸ ਜਿਹੜੀ 1 ਕੀਤੀ ਸੀ ਉਹਦੇ ਵਿੱਚ ਆਪਾਂ ਜਿਹੜੇ ਸਾਡੇ ਕਨਸਟੀਟਿਊਸ਼ਨ ਦੇ ਜਿਹੜੀ ਹਿਸਟਰੀ ਸੀ ਉਹਨੂੰ ਆਪਾਂ ਕੀਤਾ ਸੀ ਇਹਦੇ ਵਿੱਚ। ਤੇ ਉਸ ਤੋਂ ਬਾਅਦ ਆਪਾਂ ਸੈਕੰਡ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਸਾਡੇ ਜਿਹੜੇ ਸ਼ਡਿਊਲ ਨੇ ਸਾਡੇ ਸੰਵਿਧਾਨ ਦੇ ਉਹਨੂੰ ਕੀਤਾ ਸੀ ਆਪਾਂ। ਅੱਜ ਕਾਫੀ ਇੰਪੋਰਟੈਂਟ ਕਲਾਸ ਹੈ, ਕਲਾਸ ਨੰਬਰ ਜਿਹੜੀ 3 ਹੈ ਅੱਜ, ਕਲਾਸ ਨੰਬਰ 3 ਹੈ ਜਿਹੜੀ ਅੱਜ। ਇਹਦੇ ਵਿੱਚ ਆਪਾਂ ਕਰਾਂਗੇ ਅੱਜ ਸਾਡੇ ਸੰਵਿਧਾਨ ਦੇ ਸਰੋਤ ਕੀ ਨੇ, ਸੰਵਿਧਾਨ ਦੇ ਸਾਡੇ ਸਰੋਤ ਕੀ ਨੇ, ਦ ਸੋਰਸ ਆਫ ਕਨਸਟੀਟਿਊਸ਼ਨ, ਸੋਰਸ ਆਫ ਇੰਡੀਅਨ ਕਨਸਟੀਟਿਊਸ਼ਨ। ਠੀਕ ਹੈ ਜੀ, ਭਾਰਤ ਦੇ ਸੰਵਿਧਾਨ ਦੇ ਸਰੋਤ ਕਿਹੜੇ ਕਿਹੜੇ ਹੈ। ਠੀਕ ਹੈ ਜੀ, ਹੁਣ ਦੇਖੋ ਜਿਵੇਂ ਸਾਨੂੰ ਪਤਾ ਹੈ ਵੀ ਜਦੋਂ ਸਾਡੇ ਸੰਵਿਧਾਨ ਨਿਰਮਾਤਾ ਸਾਡੇ ਸੰਵਿਧਾਨ ਦਾ ਨਿਰਮਾਣ ਕਰ ਰਹੇ ਸੀ ਤਾਂ ਉਹਨਾਂ ਨੇ ਲਗਭਗ 60 ਦੇਸ਼ਾਂ ਦੇ ਸੰਵਿਧਾਨ ਨੂੰ ਪੜ੍ਹਿਆ ਸੀਗਾ। 60 ਦੇਸ਼ਾਂ ਦੇ ਸੰਵਿਧਾਨ ਉਹਨਾਂ ਨੇ ਪੜ੍ਹ ਕੇ ਉਹਨਾਂ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਉਹ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਨੇ ਇੱਕ ਸੋਰਸ ਦੇ ਵਜੋਂ ਲੈ ਲਈਆਂ ਸੀਗੀਆਂ। ਠੀਕ ਹੈ, ਇਸ ਕਰਕੇ ਕਈ ਵਾਰ ਸਾਡੇ ਸੰਵਿਧਾਨ ਨੂੰ ਉਧਾਰ ਦਾ ਥੈਲਾ ਵੀ ਕਿਹਾ ਜਾਂਦਾ ਹੈ, ਉਧਾਰ ਦਾ ਥੈਲਾ ਵੀ ਕਿਹਾ ਜਾਂਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਾਡੇ ਸੰਵਿਧਾਨ ਦੀਆਂ ਮੇਨ ਗੱਲਾਂ ਨੇ ਉਹ ਅਸੀਂ ਅਲੱਗ-ਅਲੱਗ ਸਰੋਤਾਂ ਤੋਂ ਉਧਾਰ ਲਈਆਂ ਨੇ। ਠੀਕ ਹੈ, ਹੁਣ ਜਿਵੇਂ ਦੇਖੋ ਜੇ ਅਸੀਂ ਸੰਵਿਧਾਨ ਦੇ ਸਰੋਤਾਂ ਦੀ ਗੱਲ ਕਰਨੀ ਹੋਈ ਤਾਂ ਅਸੀਂ ਦੋ ਕੈਟਾਗਰੀ 'ਚ ਵੰਡਦੇ ਹੁੰਦੇ, ਇੱਕ ਹੁੰਦੇ ਅੰਦਰੂਨੀ ਸਰੋਤ ਤੇ ਇੱਕ ਹੁੰਦੇ ਨੇ ਬਾਹਰੀ ਸਰੋਤ। ਹੁਣ ਅੰਦਰੂਨੀ ਸਰੋਤ ਦਾ ਮਤਲਬ ਕੀ ਹੈ ਤੇ ਬਾਹਰੀ ਸਰੋਤ ਦਾ ਮਤਲਬ ਕੀ ਹੈ? ਬਾਹਰੀ ਦਾ ਮਤਲਬ ਬਾਹਰਲੀ ਦੇਸ਼ਾਂ ਤੋਂ ਜਿਹੜੇ ਸੰਵਿਧਾਨ ਦੇ ਅਲੱਗ-ਅਲੱਗ ਸਾਡੇ ਜਿਹੜੇ ਸਰੋਤ ਸੀਗੇ ਇਹ ਬਾਹਰਲੀ ਦੇਸ਼ਾਂ ਤੋਂ ਉਧਾਰ ਲੈ ਗਏ ਨੇ, ਜਿਵੇਂ USA ਤੋਂ ਉਧਾਰ ਲੈ ਲਿਆ ਜੀ, ਠੀਕ ਹੈ, ਜਾਂ ਜਰਮਨੀ ਤੋਂ ਲੈ ਲਿਆ, ਜਾਂ ਫਿਰ ਫਰਾਂਸ ਤੋਂ ਲੈ ਲਿਆ, ਠੀਕ ਹੈ, ਜਾਂ ਰੂਸ ਤੋਂ ਲੈ ਲਿਆ। ਠੀਕ ਹੈ, ਇਸ ਤਰ੍ਹਾਂ। ਅੰਦਰੂਨੀ ਸਰੋਤ ਦਾ ਮਤਲਬ ਕੀ ਹੈ? ਅੰਦਰੂਨੀ ਸਰੋਤ ਦਾ ਮਤਲਬ ਇਹ ਹੈ ਵੀ ਜਿਹੜਾ 1935 ਦਾ ਜਿਹੜਾ ਐਕਟ ਬਣਾਇਆ ਗਿਆ ਸੀਗਾ, ਭਾਰਤ ਸਰਕਾਰ ਐਕਟ ਜਿਹੜਾ ਬਣਾਇਆ ਗਿਆ ਸੀਗਾ ਅੰਗਰੇਜ਼ੀ ਗਵਰਨਮੈਂਟ ਵੱਲੋਂ। ਠੀਕ ਹੈ ਜੀ, ਤਾਂ 1935 ਦੇ ਐਕਟ ਦੇ ਤਹਿਤ ਇਹਦੇ ਵਿੱਚੋਂ ਬਹੁਤ ਵੱਡਾ ਜਿਹੜਾ ਭਾਗ ਹੈਗਾ ਉਹ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ। ਇਹ ਮੰਨ ਲਓ ਵੀ ਲਗਭਗ 70% ਜਿਹੜਾ ਸਾਡਾ ਸੰਵਿਧਾਨ ਹੈ ਉਹ 1935 ਦੇ ਐਕਟ ਤੋਂ ਲਿਆ ਗਿਆ, ਉਧਾਰ ਲਿਆ ਗਿਆ। ਠੀਕ ਹੈ ਜੀ, ਇਹ ਮੰਨ ਲਓ ਵੀ ਲਗਭਗ 235 ਦੇ ਜਿਹੜੇ ਕਰੀਬ ਅਨੁਛੇਦ ਨੇਗੇ ਇਹਨੂੰ ਅਸੀਂ ਸਾਡੇ 1935 ਦੇ ਐਕਟ ਤੋਂ ਉਧਾਰ ਲਿਆ ਹੈਗਾ। ਠੀਕ ਹੈ, ਮਤਲਬ ਇੱਥੋਂ ਇਹ ਸ਼ਾਮਲ ਕੀਤੇ ਗਏ ਨੇਗੇ। ਠੀਕ ਹੈ ਜੀ, ਚਲੋ ਨੈਕਸਟ ਆਪਾਂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਸਾਡਾ ਮੁੱਖ ਸਰੋਤ ਹੈ ਜਿਹੜਾ ਸਾਡੇ ਸੰਵਿਧਾਨ ਦਾ ਮੁੱਖ ਸਰੋਤ ਹੈ ਇਹ ਹੈਗਾ ਜੀ ਸਾਡਾ 1935 ਦਾ ਐਕਟ। 1935 ਦਾ ਐਕਟ, ਇਸ ਐਕਟ ਤੋਂ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਸ਼ਾਮਲ ਕੀਤੀਆਂ ਨੇਗੀਆਂ। ਤੁਸੀਂ ਇਹ ਮੰਨੋ ਵੀ ਸਾਡੇ ਸੰਵਿਧਾਨ ਦਾ ਲਗਭਗ 70% ਤੱਕ ਜਾਂ 75% ਤੱਕ ਜਿਹੜਾ ਸੰਵਿਧਾਨ ਹੈ ਸਾਡਾ ਉਹ ਇੱਥੋਂ ਲਿਆ ਗਿਆ। 235 ਤੋਂ ਲੈ ਕੇ 250 ਅਨੁਛੇਦ ਤੱਕ, 235 ਤੋਂ ਲੈ ਕੇ ਸਾਡੇ ਸੰਵਿਧਾਨ ਦੇ ਕਿੰਨੇ ਅਨੁਛੇਦ ਨੇ? 395 ਆਪਾਂ ਪਹਿਲਾਂ ਕੀਤਾ ਇਹਦੇ ਵਿੱਚ। ਤਾਂ 395 ਅਨੁਛੇਦਾਂ ਦੇ ਵਿੱਚੋਂ 235 ਤੋਂ ਲੈ ਕੇ 250 ਅਨੁਛੇਦ ਤੱਕ ਸਾਡੇ 1935 ਦੇ ਐਕਟ ਤੋਂ ਲਏ ਗਏ ਨੇ। ਠੀਕ ਹੈ ਜੀ, ਹੁਣ ਇਹਦੇ ਵਿੱਚ ਮੇਨ ਆਪਾਂ ਗੱਲਾਂ ਦੇਖ ਲੈਣੇ ਵੀ ਇਹਦੇ ਚੋਂ ਕੀ ਕੁਛ ਲਿਆ। ਜਿਵੇਂ ਸਾਡੀ ਜੁਡੀਸ਼ਰੀ ਹੈ, ਨਿਆਂਪਾਲਿਕਾ ਸਾਡੀ, ਉਹ ਅਸੀਂ 1935 ਦੇ ਐਕਟ ਤੋਂ ਉਧਾਰ ਲਈ ਹੈ। ਇਸ ਤੋਂ ਇਲਾਵਾ ਜਿਹੜਾ ਰਾਸ਼ਟਰਪਤੀ ਦੁਆਰਾ ਅਧਿਆਦੇਸ਼ ਜਾਰੀ ਕੀਤਾ ਜਾਂਦਾ ਹੈ, ਠੀਕ ਹੈ ਜੀ, ਅਧਿਆਦੇਸ਼ ਰਾਸ਼ਟਰਪਤੀ ਦੁਆਰਾ ਜਾਰੀ ਕੀਤਾ ਜਾਂਦਾ ਆਰਟੀਕਲ ਨੰਬਰ 123 ਦੇ ਅਨੁਸਾਰ, ਇਹ ਅਸੀਂ ਕਿਤੋਂ ਉਧਾਰ ਲਿਆ ਹੈਗਾ? ਇਹ ਅਸੀਂ 1935 ਦੇ ਐਕਟ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜਿਵੇਂ ਭਾਰਤ ਦੇ ਵਿੱਚ ਲੋਕ ਸੇਵਾ ਆਯੋਗ, ਠੀਕ ਹੈ, ਆਰਟੀਕਲ 312 ਦੇ ਤਹਿਤ, ਠੀਕ ਹੈ, ਬਣ ਕੇ ਦੇ ਚਾਹੇ ਉਹ UPSC ਹੈ ਚਾਹੇ ਉਹ ਅਲੱਗ-ਅਲੱਗ ਸਟੇਟਾਂ ਦੀ ਸਟੇਟ ਪਬਲਿਕ ਸਰਵਿਸ ਕਮਿਸ਼ਨ ਨੇ। ਠੀਕ ਹੈ ਜੀ, ਤੇ ਤਿੰਨ ਜਿਹੜੀਆਂ ਮੇਨ ਗੱਲਾਂ ਨੇ। ਬਾਕੀ ਸਮੇਂ ਤੇ ਆਪਾਂ ਜਿਵੇਂ ਕਲਾਸ ਆਪਾਂ ਅੱਗੇ ਕਰਦੇ ਚੱਲਾਂਗੇ ਤਾਂ ਉਵੇਂ ਆਪਾਂ ਦੇਖਾਂਗੇ ਵੀ ਅਸੀਂ 1935 ਦੇ ਐਕਟ ਤੋਂ ਹੋਰ ਕੀ ਕੁਛ ਉਧਾਰ ਲਿਆ। ਠੀਕ ਹੈ ਜੀ, ਤਾਂ ਨਿਆਂਪਾਲਿਕਾ ਅਸੀਂ 1935 ਦੇ ਐਕਟ ਤੋਂ ਉਧਾਰ ਲਈ ਹੈ। ਤੇ ਇਸ ਤੋਂ ਇਲਾਵਾ ਰਾਸ਼ਟਰਪਤੀ ਦੀ ਜਿਹੜੀ ਆਰਡੀਨੈਂਸ ਦੀ ਪਾਵਰ ਹੈ, ਅਧਿਆਦੇਸ਼ ਦੀ ਪਾਵਰ ਹੈ, ਇਹ ਅਸੀਂ 1935 ਦੇ ਐਕਟ ਤੋਂ ਉਧਾਰ ਲਈ, ਜਿਹਦਾ ਵਰਣਨ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 123 ਦੇ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਰਟੀਕਲ ਨੰਬਰ 312 ਦੇ ਤਹਿਤ ਸਾਡੇ ਇੱਕ ਲੋਕ ਸੇਵਾ ਆਯੋਗ ਕੇਂਦਰ ਵਾਸਤੇ ਅਲੱਗ ਹੈ ਤੇ ਰਾਜਾਂ ਵਾਸਤੇ ਅਲੱਗ ਹੈ, ਇਹਦਾ ਵਰਣਨ ਵੀ ਅਸੀਂ ਸਾਡੇ ਸੰਵਿਧਾਨ ਦੇ ਵਿੱਚ ਕੀਤਾ ਗਿਆ। ਇਹ ਵੀ ਅਸੀਂ ਕਿੱਥੋਂ ਉਧਾਰ ਲਏ ਸੀ ਜੀ? ਇਹ ਵੀ ਅਸੀਂ 1935 ਦੇ ਐਕਟ ਤੋਂ ਉਧਾਰ ਲਏ ਹੈ। ਠੀਕ ਹੈ ਜੀ, ਤਾਂ ਆਈ ਹੋਪ ਕਿ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਊਗੀ। ਨੈਕਸਟ ਆਪਾਂ ਵੱਧਦੇ ਹਾਂ। ਹਾਂਜੀ, ਇਸ ਤੋਂ ਆਪਾਂ ਮੇਨ ਗੱਲ ਕਰਦੇ ਹਾਂ USA ਦੇ ਸੰਵਿਧਾਨ ਤੋਂ। USA ਦੇ ਸੰਵਿਧਾਨ ਤੋਂ ਅਸੀਂ ਕਾਫੀ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਧਾਰ ਲਈਆਂ ਨੇਗੀਆਂ। ਤਾਂ ਇਹ ਤੋਂ ਦੇਖੋ ਮੇਨ ਚੀਜ਼ ਕੀ ਹੈ ਇਹਦੇ ਵਿੱਚ? ਮੌਲਿਕ ਅਧਿਕਾਰ ਸਾਡੇ।
फंडामेंटल राइट, मौलिक अधिकार। पहली बार दुनिया ਦੇ ਵਿੱਚ ਕਿਤੇ ਮੌਲਿਕ ਅਧਿਕਾਰ ਦਾ ਵਰਣਨ ਕੀਤਾ ਗਿਆ ਸੀ ਤਾਂ ਉਹ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਕੀਤਾ ਗਿਆ ਸੀ ਲਿਖਤੀ ਰੂਪ ਦੇ ਵਿੱਚ। ਹੁਣ ਸਾਨੂੰ ਪਤਾ ਹੈ ਵੀ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਇਹ ਸਾਡੇ ਭਾਗ ਨੰਬਰ ਸੰਵਿਧਾਨ ਦੇ ਭਾਗ ਨੰਬਰ 3 ਦੇ ਵਿੱਚ ਤੇ ਆਰਟੀਕਲ ਨੰਬਰ 12 ਤੋਂ ਲੈ ਕੇ 35 ਤੱਕ ਇਹਦਾ ਵਰਣਨ ਕੀਤਾ ਗਿਆ ਹੈ। ਠੀਕ ਹੈ ਜੀ। ਤਾਂ ਇਹ ਅਸੀਂ ਕਿੱਥੋਂ ਉਧਾਰ ਲਏ ਨੇ ਜੀ? ਇਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਏ। ਇਸ ਤੋਂ ਬਾਅਦ ਇੱਕ ਹੈਗਾ ਜੀ ਨਿਆਇਕ ਪੁਨਰ ਨਿਰੀਖਣ। ਨਿਆਇਕ ਪੁਨਰ ਨਿਰੀਖਣ, ਜੁਡੀਸ਼ੀਅਲ ਰਿਵਿਊ। ਜੁਡੀਸ਼ੀਅਲ ਰਿਵਿਊ, ਠੀਕ ਹੈ। ਹੁਣ ਜੁਡੀਸ਼ੀਅਲ ਰਿਵਿਊ ਕੀ ਹੁੰਦਾ ਹੈ? ਸਾਨੂੰ ਪਤਾ ਵੀ ਭਾਰਤ 'ਚ ਸਭ ਤੋਂ ਉੱਪਰ ਕੌਣ ਹੈ? ਸਾਡਾ ਕਨਸਟੀਟਿਊਸ਼ਨ ਹੈ। ਠੀਕ ਹੈ। ਜੇ ਸਾਡੀ ਵਿਧਾਨ ਪਾਲਿਕਾ, ਚਾਹੇ ਉਹ ਸੰਸਦ ਹੈ ਚਾਹੇ ਉਹ ਰਾਜਾਂ ਦੀ ਵਿਧਾਨ ਪਾਲਿਕਾ ਹੈ, ਜੇ ਸਾਡੇ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕਾਨੂੰਨ ਬਣਾਉਂਦੀਆਂ ਨੇ ਤਾਂ ਇਹਦਾ ਪੁਨਰ ਨਿਰੀਖਣ ਕੀਤਾ ਜਾਊਗਾ ਸੁਪਰੀਮ ਕੋਰਟ ਵੱਲੋਂ, ਕੇਂਦਰ ਦੁਆਰਾ ਬਣਾਏ ਕਾਨੂੰਨ ਦਾ, ਤੇ ਰਾਜਾਂ ਦੁਆਰਾ ਬਣਾਇਆ ਗਿਆ ਇਹਦਾ ਹਾਈ ਕੋਰਟ ਵੱਲੋਂ। ਠੀਕ ਹੈ ਜੀ। ਤਾਂ ਨਿਆਇਕ ਪੁਨਰ ਨਿਰੀਖਣ ਦੁਆਰਾ ਉਹ ਉਸ ਕਾਨੂੰਨ ਨੂੰ ਰੱਦ ਵੀ ਕਰ ਸਕਦੀਆਂ ਨੇ ਜਿਹੜਾ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਬਣਿਆ ਹੋਇਆ ਹੈ। ਤਾਂ ਇਹਨੂੰ ਅਸੀਂ ਬੋਲਦੇ ਹਾਂ ਜੁਡੀਸ਼ੀਅਲ ਰਿਵਿਊ ਜਾਂ ਪੁਨਰ ਨਿਰੀਖਣ। ਇਹ ਅਸੀਂ ਕਿਤੋਂ ਉਧਾਰ ਲਿਆ ਜੀ? ਇਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਇੱਕ ਹੈਗਾ ਜੀ ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਦੀ ਪ੍ਰਕਿਰਿਆ, ਇੰਪੀਚਮੈਂਟ। ਰਾਸ਼ਟਰਪਤੀ ਤੇ ਮਹਾਦੋਸ਼, ਰਾਸ਼ਟਰਪਤੀ ਦੇ ਉੱਪਰ ਮਹਾਦੋਸ਼ ਲਾਇਆ ਜਾ ਸਕਦਾ ਹੈ, ਇੰਪੀਚਮੈਂਟ ਕੀਤੀ ਜਾ ਸਕਦੀ ਹੈ। ਇਹਦਾ ਵਰਣਨ ਕੀਤਾ ਗਿਆ ਸੰਵਿਧਾਨ ਦੇ ਆਰਟੀਕਲ ਨੰਬਰ 61 ਦੇ ਵਿੱਚ। 61 ਆਰਟੀਕਲ ਦੇ ਤਹਿਤ ਰਾਸ਼ਟਰਪਤੀ ਦੇ ਖਿਲਾਫ ਇੰਪੀਚਮੈਂਟ ਜਿਹੜੀ ਉਹ ਕੀਤੀ ਜਾਂਦੀ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਉਪ ਰਾਸ਼ਟਰਪਤੀ ਦਾ ਜਿਹੜਾ ਅਹੁਦਾ ਹੈ, ਉਪ ਰਾਸ਼ਟਰਪਤੀ ਦਾ ਅਹੁਦਾ ਵੀ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਵਿੱਤੀ ਆਪਾਤਕਾਲ, ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੈ, ਤੇ ਇਹ ਆਰਟੀਕਲ ਨੰਬਰ 360 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ ਹੈਗਾ, ਤੇ ਵੀ ਅਸੀਂ ਉਧਾਰ ਲਈ ਅਮਰੀਕਾ ਦੇ ਸੰਵਿਧਾਨ ਤੋਂ। ਇਸ ਤੋਂ ਇਲਾਵਾ ਜੀ ਕੇਂਦਰ ਦੁਆਰਾ ਪਾਸ ਕੀਤੇ ਗਏ ਕੁਝ ਕਾਨੂੰਨ ਜਿਹੜੇ ਨੇ, ਕੇਂਦਰ ਦੁਆਰਾ ਪਾਸ ਕੀਤੇ ਕੁਝ ਕਾਨੂੰਨਾਂ ਦਾ ਰਾਜਾਂ ਦੁਆਰਾ ਅਨੁਮੋਦਨ ਮਤਲਬ ਰਾਜਾਂ ਦੀ ਸਹਿਮਤੀ। ਠੀਕ ਹੈ। ਕੁਝ ਕਾਨੂੰਨ ਸਾਡੇ ਇਸ ਤਰ੍ਹਾਂ ਦੇ ਨੇ ਜਿਹਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ ਤੇ ਉਹਨੂੰ ਰਾਜ ਸਰਕਾਰ ਦੁਆਰਾ ਵੀ ਪਾਸ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੁੰਦਾ ਹੈ। ਤੇ ਅਸੀਂ ਕਿਤੋਂ ਉਧਾਰ ਲਏ ਜੀ? ਇਹ ਵੀ ਸੀ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਏ ਹੈ। ਇਸ ਤੋਂ ਇਲਾਵਾ ਅਸੀਂ ਸੁਤੰਤਰ ਨਿਆਂਪਾਲਿਕਾ, ਸਾਡੀ ਜੁਡੀਸ਼ਰੀ ਜਿਹੜੀ ਸੁਤੰਤਰ ਹੋਊਗੀ, ਸੁਤੰਤਰ ਨਿਆਂਪਾਲਿਕਾ ਹੋਊਗੀ। ਸਾਡੀ ਜੁਡੀਸ਼ਰੀ ਦੇ ਵਿੱਚ ਕੋਈ ਵੀ ਕਾਰਜਪਾਲਿਕਾ ਜਾਂ ਵਿਧਾਨ ਪਾਲਿਕਾ ਉਹ ਇੰਟਰਫੇਅਰ ਨਹੀਂ ਕਰੂਗੀ। ਤਾਂ ਇਹ ਕੰਸੈਪਟ ਅਸੀਂ ਉਧਾਰ ਲਿਆ ਜੀ ਅਮਰੀਕਾ ਦੇ ਸੰਵਿਧਾਨ ਤੋਂ। ਇਸ ਤੋਂ ਇਲਾਵਾ ਪ੍ਰਸਤਾਵਨਾ ਦਾ ਵਿਚਾਰ, ਵੀ ਸਾਡੇ ਸੰਵਿਧਾਨ ਦੇ ਵਿੱਚ ਇੱਕ ਪ੍ਰੈਂਬਲ ਹੋਊਗੀ, ਪ੍ਰਸਤਾਵਨਾ ਹੋਊਗੀ। ਤਾਂ ਇਹ ਵਿਚਾਰ ਵੀ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਿਆ। ਠੀਕ ਹੈ। ਤਾਂ ਕਾਫੀ ਇੰਪੋਰਟੈਂਟ ਜਿਹੜੀਆਂ ਗੱਲਾਂ ਨੇਗੀਆਂ ਉਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਈਆਂ। ਜਿਵੇਂ ਫੰਡਾਮੈਂਟਲ ਰਾਈਟ ਹੈ, ਦੇਖੋ। ਠੀਕ ਹੈ। ਭਾਗ ਨੰਬਰ 3 ਦੇ ਵਿੱਚ ਦਿੱਤਾ ਗਿਆ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਹੈ, ਰਾਸ਼ਟਰਪਤੀ ਤੇ ਮਹਾਦੋਸ਼ ਦੀ ਪ੍ਰਕਿਰਿਆ ਹੈ, ਉਪ ਰਾਸ਼ਟਰਪਤੀ ਦਾ ਅਹੁਦਾ ਹੈਗਾ, ਵਿੱਤੀ ਆਪਾਤਕਾਲ ਹੈ, ਕੇਂਦਰ ਦੁਆਰਾ ਪਾਸ ਕੀਤੇ ਗਏ ਕੁਝ ਕਾਨੂੰਨਾਂ ਦੁਆਰਾ ਜਿਹੜੇ ਇਹ ਰਾਜ ਸਰਕਾਰ ਦੁਆਰਾ ਅਨੁਮੋਦਨ ਕੀਤਾ ਜਾਣਾ ਜ਼ਰੂਰੀ ਹੈ, ਤੇ ਇਸ ਤੋਂ ਇਲਾਵਾ ਸੁਤੰਤਰ ਨਿਆਂਪਾਲਿਕਾ ਤੇ ਪ੍ਰਸਤਾਵਨਾ ਦਾ ਵਿਚਾਰ। ਠੀਕ ਹੈ। ਤਾਂ ਇਹ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਏ ਜੀ। ਹੁਣ ਆਪਾਂ ਅਗਲੀ ਗੱਲ ਕਰਦੇ ਹਾਂ ਜੀ, ਅਸੀਂ ਯੂਕੇ ਦੇ ਸੰਵਿਧਾਨ ਤੋਂ ਕੀ ਉਧਾਰ ਲਿਆ? ਯੂਕੇ ਤੋਂ, ਯੂਕੇ ਜਾਂ ਕਈ ਵਾਰ ਇੰਗਲੈਂਡ ਵੀ ਆ ਜਾਂਦਾ, ਇੰਗਲੈਂਡ ਕੱਲਾ, ਤਾਂ ਇੰਗਲੈਂਡ ਵੀ ਤੁਸੀਂ ਇੱਥੇ ਲਿਖ ਸਕਦੇ ਹੋ। ਇੰਗਲੈਂਡ ਦੇ ਸੰਵਿਧਾਨ ਤੋਂ ਅਸੀਂ ਕੀ ਉਧਾਰ ਲਿਆ? ਇੱਥੇ ਵੈਰੀ ਫੇਮਸ ਹੈਗਾ ਜੀ, ਇਹਦੇ ਬਾਰੇ ਕੁਐਸਚਨ ਕਾਫੀ ਬਣੇ ਹੋਏ ਨੇ। ਤਾਂ ਇਹ ਅਸੀਂ ਉਧਾਰ ਲਿਆ ਜੀ ਸੰਸਦੀ ਪ੍ਰਣਾਲੀ, ਪਾਰਲੀਮੈਂਟਰੀ ਸਿਸਟਮ। ਪਾਰਲੀਮੈਂਟਰੀ ਸਿਸਟਮ, ਹੁਣ ਪਾਰਲੀਮੈਂਟਰੀ ਸਿਸਟਮ ਦਾ ਕੀ ਮਤਲਬ ਹੁੰਦਾ ਹੈਗਾ? ਪਾਰਲੀਮੈਂਟਰੀ ਸਿਸਟਮ ਮਤਲਬ ਹੈ ਵੀ ਜਿੱਥੇ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਦੇ ਵਿਚਕਾਰ ਗੂੜਾ ਸੰਬੰਧ ਹੁੰਦਾ ਹੈ। ਠੀਕ ਹੈ ਜੀ। ਇਹ ਅਸੀਂ ਕਿੱਥੋਂ ਉਧਾਰ ਲਿਆ ਜੀ? ਅਸੀਂ ਕਿੱਥੋਂ ਉਧਾਰ ਲਿਆ? ਇੰਗਲੈਂਡ ਦੇ ਸੰਵਿਧਾਨ ਤੋਂ ਜਾਂ ਯੂਕੇ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਅਸੀਂ ਇਕਹਿਰੀ ਨਾਗਰਿਕਤਾ, ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਕੰਸੈਪਟ ਹੈ, ਭਾਰਤ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਇਕਹਿਰੀ ਨਾਗਰਿਕਤਾ। ਇਸ ਤੋਂ ਇਲਾਵਾ ਜੀ ਕਾਨੂੰਨ ਦਾ ਸ਼ਾਸਨ, ਆਰਟੀਕਲ ਨੰਬਰ 14.5 ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, ਕਾਨੂੰਨ ਦਾ ਸ਼ਾਸਨ। ਇਸ ਤੋਂ ਇਲਾਵਾ ਜੀ ਮੰਤਰੀ ਮੰਡਲ ਦਾ ਜਾਂ ਮੰਤਰੀ ਪ੍ਰੀਸ਼ਦ ਵੀ ਲਿਖ ਸਕਦੇ ਆਪਾਂ ਇੱਥੇ, ਮੰਤਰੀ ਪ੍ਰੀਸ਼ਦ ਦਾ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੋਣਾ,
मतलब ਜਿਹੜੀ ਸਾਡੀ ਮੰਤਰੀ ਪ੍ਰੀਸ਼ਦ ਹੈ ਜਾਂ ਮੰਤਰੀ ਮੰਡਲ ਸਾਡਾ ਉਹ ਕਿਹਦੇ ਪ੍ਰਤੀ ਜ਼ਿੰਮੇਵਾਰ ਹੁੰਦਾ, ਉਹ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦੀ ਦੇਸ਼ ਦੇ ਮੁਖੀ ਦੇ ਨਾਤੇ ਉਪਚਾਰਿਕ ਪ੍ਰਧਾਨਤਾ। ਹੁਣ ਜਿੰਨੇ ਵੀ ਸੰਸਦੀ ਪ੍ਰਣਾਲੀ ਵਾਲੇ ਦੇਸ਼ ਹੁੰਦੇ ਨੇ ਇਹਦੇ ਵਿੱਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਕੰਮ ਕਰਦੀ ਹੈ, ਦੋ ਕਾਰਜਪਾਲਿਕਾ ਇੱਥੇ ਕੰਮ ਕਰਦੀਆਂ ਹੁੰਦੀਆਂ ਨੇ। ਇੱਕ ਹੁੰਦੀ ਹੈ ਨਾਮਾਤਰ ਕਾਰਜਪਾਲਿਕਾ, ਇੱਕ ਹੁੰਦੀ ਹੈ ਅਸਲੀ ਕਾਰਜਪਾਲਿਕਾ। ਜਿਵੇਂ ਇੰਗਲੈਂਡ ਦੇ ਵਿੱਚ ਰਾਜਾ ਜਾਂ ਰਾਣੀ ਉੱਥੋਂ ਦੀ ਹੁੰਦੀ ਹੈ ਜਿਹੜੀ, ਉਹ ਨਾਮਾਤਰ ਕਾਰਜਪਾਲਿਕਾ ਹੈ। ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਰਾਸ਼ਟਰਪਤੀ ਨਾਮਾਤਰ ਕਾਰਜਪਾਲਿਕਾ ਹੁੰਦੀ ਹੈ। ਅਸਲੀ ਕਾਰਜਪਾਲਿਕਾ ਕੌਣ ਹੁੰਦੀ ਹੈ? ਮੰਤਰੀ ਪ੍ਰੀਸ਼ਦ ਜਿਹਦੀ ਅਗਵਾਈ ਕੌਣ ਕਰਦਾ ਹੈ? PM ਕਰਦਾ ਹੈ। ਤਾਂ ਇੰਗਲੈਂਡ ਦੇ ਵਿੱਚ ਵੀ ਸੇਮ ਹੈ, ਮੰਤਰੀ ਪ੍ਰੀਸ਼ਦ ਜਿਹਦੀ ਅਗਵਾਈ PM ਕਰਦਾ ਹੈਗਾ। ਤੇ ਠੀਕ ਹੈ, ਤਾਂ ਇਹ ਕੰਸੈਪਟ ਅਸੀਂ ਕਿੱਥੋਂ ਉਧਾਰ ਲਿਆ ਜੀ? ਇਹ ਵੀ ਕੰਸੈਪਟ ਅਸੀਂ ਇੰਗਲੈਂਡ ਦੇ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਕਾਨੂੰਨ ਨਿਰਮਾਣ ਦੀ ਪ੍ਰਕਿਰਿਆ। ਤੇ ਸਾਡੇ ਵਿਧਾਨ ਮੰਡਲ ਦੀ ਪ੍ਰਕਿਰਿਆ। ਇਹ ਵੀ ਅਸੀਂ ਇੰਗਲੈਂਡ ਦੇ ਸੰਵਿਧਾਨ ਤੋਂ ਉਧਾਰ ਲਏ ਨੇ। ਇਸ ਤੋਂ ਇਲਾਵਾ ਜੀ ਏਕੀਕ੍ਰਿਤ ਸਾਡੀ ਜਿਹੜੀ ਨਿਆਂਪਾਲਿਕਾ ਹੈ, ਸਾਡੀ ਨਿਆਂਪਾਲਿਕਾ ਇੰਟੀਗ੍ਰੇਟਡ ਹੈ। ਇਹਨੂੰ ਜਦੋਂ ਆਪਾਂ ਨਿਆਂਪਾਲਿਕਾ ਟੌਪਿਕ ਕਰਾਂਗੇ ਤਾਂ ਉਹਦੇ 'ਚ ਆਪਾਂ ਗੱਲ ਕਰਾਂਗੇ, ਠੀਕ ਹੈ। ਤੇ ਇਸ ਤੋਂ ਇਲਾਵਾ ਸਾਡੇ ਭਾਰਤ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ, ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਦੇ ਆਧਾਰ ਤੇ ਜਿੱਤ, ਮਤਲਬ ਵੀ ਜਿਵੇਂ ਮੰਨ ਲਓ ਇੱਕ ਹਲਕੇ 100 ਵੋਟਾਂ ਨੇਗੀਆਂ, ਤਾਂ ਜਿਹੜੇ ਵਿਅਕਤੀ ਨੇ A ਨੇ ਲੈ ਲੀਆਂ 40 ਵੋਟਾਂ, B ਨੇ ਲੈ ਲੀਆਂ 30 ਵੋਟਾਂ, C ਨੇ ਲੈ ਲੀਆਂ 20 ਵੋਟਾਂ ਤੇ D ਨੇ ਲੈ ਲੀਆਂ 10 ਵੋਟਾਂ, ਤਾਂ ਜਿੱਤ ਕੌਣ ਗਿਆ ਜੀ? 40 ਵਾਲਾ, ਠੀਕ ਹੈ। ਕਈ ਦੇਸ਼ਾਂ ਦੇ ਵਿੱਚ 50% ਦਾ ਰੂਲ ਹੁੰਦਾ, ਜਿਵੇਂ ਭਾਰਤ ਦੇ ਵਿੱਚ ਵੀ ਆਪਾਂ ਗੱਲ ਕਰਾਂਗੇ। ਰਾਸ਼ਟਰਪਤੀ ਇਲੈਕਸ਼ਨ ਦੇ ਵਿੱਚ 50% ਪਲੱਸ 1 ਵੋਟ ਦਾ ਜਿਹੜਾ ਰੂਲ ਹੁੰਦਾ ਉਹ ਹੁੰਦਾ ਇੰਡੀਆ ਦੇ ਵਿੱਚ ਰਾਸ਼ਟਰਪਤੀ ਇਲੈਕਸ਼ਨ ਦੀ। ਪਰ ਜੇ ਤੁਸੀਂ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਜਾਂ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਾਂ ਸਥਾਨਕ ਚੋਣਾਂ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਵੋਟਾਂ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਹਾਡੀ ਜਿੱਤ ਹੋ ਜਾਂਦੀ ਹੈ, ਕਿਉਂਕਿ ਇੱਕ ਵੋਟ ਦੇ ਉੱਪਰ ਵੀ ਬਹੁਤ ਸਾਰੇ ਏਰੀਆ ਦੇ ਵਿੱਚ ਜਿਹੜੀ ਜਿੱਤ ਉਹ ਹੋਈ ਹੈ, ਠੀਕ ਹੈ। ਤਾਂ ਇਹ ਕੰਸੈਪਟ ਅਸੀਂ ਇੰਗਲੈਂਡ ਦੇ ਸੰਵਿਧਾਨ ਤੋਂ ਉਧਾਰ ਲਿਆ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ USSR ਜਾਂ ਇਹਨੂੰ ਅਸੀਂ ਰੂਸ ਵੀ ਕਹਿ ਸਕਦੇ ਹਾਂ, ਯੂਨਾਈਟਿਡ ਸੋਵੀਅਤ ਸੋਸ਼ਲਿਸਟ ਰਸ਼ੀਆ, ਰੂਸ ਵੀ ਕਹਿ ਸਕਦੇ ਹਾਂ। ਤਾਂ ਇਹ ਤੋਂ ਅਸੀਂ ਉਧਾਰ ਲਿਆ ਜੀ ਮੌਲਿਕ ਕਰਤੱਵ, ਠੀਕ ਹੈ। ਹੁਣ ਜਿਹੜੇ ਮੌਲਿਕ ਕਰਤੱਵ ਨੇ, ਫੰਡਾਮੈਂਟਲ ਸਾਡੀ ਜਿਹੜੀ ਡਿਊਟੀਜ਼ ਨੇਗੀਆਂ, ਇਹ ਸਾਡੇ ਸੰਵਿਧਾਨ ਦੇ ਆਰਟੀਕਲ ਨੰਬਰ 51A ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਮੂਲ ਸੰਵਿਧਾਨ ਦੇ ਵਿੱਚ ਇਹ ਨਹੀਂ ਸੀਗੇ, ਇਹਨੂੰ ਸ਼ਾਮਿਲ ਕੀਤਾ ਗਿਆ ਸੀ 52 ਅਮੈਂਡਮੈਂਟ ਇਨ 1976 ਦੇ ਵਿੱਚ, ਠੀਕ ਹੈ। ਤਾਂ ਇੰਦਰਾ ਗਾਂਧੀ ਸਰਕਾਰ ਸੀ ਉਸ ਟਾਈਮ, ਆਪਾਤਕਾਲ ਲੱਗਿਆ ਹੋਇਆ ਸੀ। ਤਾਂ ਸਵਰਨ ਸਿੰਘ ਕਾਂਗਰਸ ਦੇ ਲੀਡਰ ਸੀਗੇ, ਸਵਰਨ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੀ ਸਿਫਾਰਿਸ਼ ਨੇ ਕਿਹਾ ਸੀਗਾ, ਸਿਫਾਰਿਸ਼ ਲਾਈ ਸੀ ਇਹਨਾਂ ਨੇ, ਤਾਂ ਇਹ ਉਹਨਾਂ ਦੀ ਸਿਫਾਰਿਸ਼ ਦੇ ਉੱਪਰ ਮੌਲਿਕ ਕਰਤੱਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਤਾਂ ਉਸ ਟਾਈਮ 10 ਸ਼ਾਮਿਲ ਕੀਤੇ ਗਏ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਕਿੰਨੇ ਨੇ ਜੀ? ਇਹ 11 ਨੇ। ਤਾਂ ਰੂਸ ਤੋਂ ਲਿਆ ਜੀ ਅਸੀਂ ਉਧਾਰ। ਇਸ ਤੋਂ ਇਲਾਵਾ ਰੂਸ ਤੋਂ ਅਸੀਂ ਕੀ ਕੁਛ ਲਿਆ? ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਆਰਥਿਕ, ਸਮਾਜਿਕ ਤੇ ਰਾਜਨੀਤਿਕ ਨਿਆਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਵੀ ਅਸੀਂ ਰੂਸ ਦੇ ਸੰਵਿਧਾਨ ਤੋਂ ਉਧਾਰ ਲਿਆ। ਤਾਂ ਦੋ ਮੇਨ ਗੱਲਾਂ ਨੇ ਜੀ, ਮੌਲਿਕ ਕਰਤੱਵ ਨੇ ਤੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਜਿਹੜੀ ਜਸਟਿਸ ਦੀ ਗੱਲ ਕਰਦੇ, ਨਿਆਂ ਦੀ ਗੱਲ ਕਰਦੇ, ਵੀ ਅਸੀਂ ਰੂਸ ਦੇ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜੀ ਫਰਾਂਸ ਦੇ ਸੰਵਿਧਾਨ ਤੋਂ। ਅਸੀਂ ਕੀ ਕੁਛ ਉਧਾਰ ਲਿਆ? ਤਾਂ ਫਰਾਂਸ ਦੇ ਸੰਵਿਧਾਨ ਤੋਂ ਅਸੀਂ ਮੇਨ ਜਿਹੜੀ ਚੀਜ਼ ਅਸੀਂ ਲਈਏ ਗਣਤੰਤਰ, ਰਿਪਬਲਿਕ ਸਾਡਾ ਜਿਹੜਾ ਗਣਤੰਤਰ ਹੈ, ਇਹ ਅਸੀਂ ਕਿੱਥੋਂ ਉਧਾਰ ਲਿਆ ਜੀ? ਅਸੀਂ ਫਰਾਂਸ ਦੇ ਸੰਵਿਧਾਨ ਤੋਂ ਉਧਾਰ ਲਿਆ। ਹੁਣ ਗਣਤੰਤਰ ਦਾ ਮਤਲਬ ਕੀ ਹੈ? ਵੀ ਜਿਹੜਾ ਦੇਸ਼ ਦਾ ਮੁਖੀ ਹੋਊਗਾ ਉਹ ਕੌਣ ਹੈ ਜੀ? ਉਹ ਰਾਸ਼ਟਰਪਤੀ ਹੈ। ਉਹ ਕੋਈ ਰਾਜਾ ਜਾਂ ਰਾਣੀ ਨਹੀਂ ਹੋਊਗਾ, ਉਹ ਲੋਕਾਂ ਦੁਆਰਾ ਅਪ੍ਰਤੱਖ ਜਾਂ ਪ੍ਰਤੱਖ ਤੌਰ ਤੇ ਚੁਣਿਆ ਗਿਆ ਕੋਈ ਲੋਕਾਂ ਦਾ ਨੁਮਾਇੰਦਾ ਹੋਊਗਾ, ਠੀਕ ਹੈ ਜੀ। ਤਾਂ ਫਿਰ ਸਹੀ ਗੱਲ ਹੈ।
ਭਾਰਤ ਦਾ ਜਿਹੜਾ ਰਾਸ਼ਟਰਪਤੀ ਉਹ ਕੋਈ ਰਾਜਾ ਜਾਂ ਰਾਣੀ ਨਹੀਂ ਹੈਗਾ, ਠੀਕ ਹੈ ਜੀ। ਉਹ ਲੋਕਾਂ ਦਾ ਅਪਰਤੱਖ ਜਾਂ ਪ੍ਰਤੱਖ ਤੌਰ ਤੇ ਚੁਣਿਆ ਗਿਆ ਕੋਈ ਨੁਮਾਇੰਦਾ ਹੈ, ਠੀਕ ਹੈ। ਤਾਂ ਇਹ ਅਸੀਂ ਗਣਤੰਤਰ ਜਿਹੜਾ ਸ਼ਬਦ ਹੈ ਵੈਰੀ ਇੰਪੋਰਟੈਂਟ ਹੈ, ਤਾਂ ਅਸੀਂ ਫਰਾਂਸ ਦੇ ਉਧਾਰ ਲਿਆ, ਫਰਾਂਸ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਅਸੀਂ ਫਰਾਂਸ ਤੋਂ ਅਸੀਂ ਕੀ ਕੁਛ ਉਧਾਰ ਲਿਆ, ਸਮਾਨਤਾ, ਸੁਤੰਤਰਤਾ ਤੇ ਬੰਧੁਤਾ। ਸਮਾਨਤਾ, ਸੁਤੰਤਰਤਾ ਤੇ ਬੰਧੁਤਾ ਦੀ ਜਿਹੜੀ ਭਾਵਨਾ ਹੈਗੀ ਅਸੀਂ ਫਰਾਂਸ ਦੇ ਸੰਵਿਧਾਨ ਤੋਂ ਉਧਾਰ ਲਿਆ ਜੀ, ਠੀਕ ਹੈ। ਤਾਂ ਦੋ ਵੈਰੀ ਇੰਪੋਰਟੈਂਟ ਗੱਲਾਂ ਜਿਹੜੀਆਂ ਅਸੀਂ ਫਰਾਂਸ ਦੇ ਸੰਵਿਧਾਨ ਤੋਂ ਉਧਾਰ ਲਈਆਂ ਨੇ। ਨੈਕਸਟ ਗੱਲ ਕਰਦੇ ਹਾਂ ਆਪਾਂ ਕੈਨੇਡਾ ਦੇ ਸੰਵਿਧਾਨ ਤੋਂ। ਕੈਨੇਡਾ ਦੇ ਸੰਵਿਧਾਨ ਤੋਂ ਅਸੀਂ ਕੀ ਕੁਛ ਉਧਾਰ ਲਿਆ, ਇਹ ਵੀ ਇੰਪੋਰਟੈਂਟ ਹੈ ਕਾਫੀ। ਤਾਂ ਦੇਖੋ ਜਿਹੜੀ ਭਾਰਤ ਦੇ ਵਿੱਚ ਸੰਘੀ ਪ੍ਰਣਾਲੀ ਅਪਣਾਈ ਗਈ ਹੈ, ਸੰਘੀ ਪ੍ਰਣਾਲੀ ਅਪਣਾਈ ਗਈ ਹੈ। ਸੰਘੀ ਪ੍ਰਣਾਲੀ ਵੈਸੇ ਅਮਰੀਕਾ ਦੇ ਵਿੱਚ ਵੀ ਅਪਣਾਈ ਗਈ ਹੈ, ਪਰ ਅਸੀਂ ਜਿਹੜੀ ਅਡਾਪਟ ਕੀਤੀ ਹੈ ਉਹ ਕੀਤੀ ਅਸੀਂ ਕੈਨੇਡਾ ਤੋਂ। ਮਤਲਬ ਸਾਡੀ ਸੰਘੀ ਪ੍ਰਣਾਲੀ ਤੇ ਕੈਨੇਡਾ ਦੀ ਸੰਘੀ ਪ੍ਰਣਾਲੀ ਦੇ ਵਿੱਚ ਸਮਾਨਤਾ ਇਹ ਹੈ ਵੀ ਇੱਥੇ ਕੇਂਦਰ ਜਿਹੜਾ ਉਹ ਮਜ਼ਬੂਤ ਹੈ, ਠੀਕ ਹੈ। ਤਾਂ ਜਿਹੜਾ ਕੇਂਦਰ ਮਜ਼ਬੂਤ ਹੋਣ ਦਾ ਕੰਸੈਪਟ ਹੈ ਵੀ ਅਸੀਂ ਕਿੱਥੋਂ ਉਧਾਰ ਲਿਆ ਜੀ, ਇਹ ਵੀ ਅਸੀਂ ਇੰਗਲੈਂਡ ਕੈਨੇਡਾ ਦੇ ਸੰਵਿਧਾਨ ਤੋਂ ਉਧਾਰ ਲਿਆ ਹੈਗਾ, ਠੀਕ ਹੈ। ਤਾਂ ਸੰਘੀ ਪ੍ਰਣਾਲੀ ਉਧਾਰ ਲਈ ਹੈ ਤੇ ਮਜ਼ਬੂਤ ਜਿਹੜਾ ਕੇਂਦਰ ਹੈਗਾ ਇਹ ਵੀ ਅਸੀਂ ਕੈਨੇਡਾ ਸੰਵਿਧਾਨ ਤੋਂ ਉਧਾਰ ਲਿਆ। ਇਸ ਤੋਂ ਇਲਾਵਾ ਜੀ ਰਾਜਪਾਲ, ਰਾਜਪਾਲ ਦਾ ਜਿਹੜਾ ਅਹੁਦਾ ਹੈਗਾ, ਠੀਕ ਹੈ, ਇੰਗਲੈਂਡ ਦੇ ਵਿੱਚ ਹੁੰਦਾ ਇਹ, ਕੈਨੇਡਾ ਦੇ ਵਿੱਚ ਹੁੰਦਾ ਹੈਗਾ, ਠੀਕ ਹੈ। ਤਾਂ ਇਹ ਵੀ ਅਸੀਂ ਕਿੱਥੋਂ ਉਧਾਰ ਲਿਆ ਜੀ, ਇਹ ਵੀ ਅਸੀਂ ਕੈਨੇਡਾ ਤੋਂ ਉਧਾਰ ਲਿਆ, ਠੀਕ ਹੈ। ਤੇ ਇਸ ਤੋਂ ਇਲਾਵਾ ਰਾਜਪਾਲ ਦੁਆਰਾ ਕੁਝ ਬਿੱਲਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਣਾ, ਤਾਂ ਅਸੀਂ ਕੈਨੇਡਾ ਦੇ ਸੰਵਿਧਾਨ ਤੋਂ ਉਧਾਰ ਲਿਆ ਜੀ ਇਹ, ਠੀਕ ਹੈ। ਰਾਜਪਾਲ ਕੁਝ ਜਿਹੜੇ ਬਿੱਲ ਨੇ ਉਹਨੂੰ ਆਪਾਂ ਪੜਾਂਗੇ ਬਾਅਦ ਦੇ ਵਿੱਚ ਜਾ ਕੇ, ਠੀਕ ਹੈ। ਤਾਂ ਵੀ ਉਹ ਕੁਝ ਜਿਹੜੇ ਬਿੱਲ ਨੇ ਉਹ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਲਈ ਜਿਹੜੇ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਨੇ ਬਿੱਲ ਨੇ, ਤਾਂ ਉਹਨੂੰ ਕਿੱਥੇ ਭੇਜ ਸਕਦਾ, ਰਾਸ਼ਟਰਪਤੀ ਨੂੰ ਭੇਜ ਸਕਦਾ ਜੀ ਉਹ। ਤਾਂ ਇਹ ਵੀ ਅਸੀਂ ਕੰਸੈਪਟ ਜਿਹੜਾ ਉਧਾਰ ਲਿਆ ਜੀ ਕੈਨੇਡਾ ਦੇ ਸੰਵਿਧਾਨ ਤੋਂ। ਇਸ ਤੋਂ ਇਲਾਵਾ ਜੀ ਇੱਕ ਹੈਗਾ ਜੀ ਵਾਧੂ ਸ਼ਕਤੀਆਂ ਦਾ ਸਿਧਾਂਤ। ਵਾਧੂ ਸ਼ਕਤੀਆਂ ਦਾ ਸਿਧਾਂਤ, ਹੁਣ ਵਾਧੂ ਸ਼ਕਤੀਆਂ ਦਾ ਮਤਲਬ ਕੀ ਹੈ, ਜਿਵੇਂ ਦੇਖੋ ਸਾਡਾ ਜਿਹੜਾ 7th ਸ਼ਡਿਊਲ ਹੈ ਇਹਦੇ ਵਿੱਚ ਸ਼ਕਤੀਆਂ ਦੀ ਪਾਵਰ ਆਫ ਸੈਪਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਇਹਦੇ ਵਿੱਚ ਸੰਘ ਸਰਕਾਰ ਨੂੰ ਅਲੱਗ ਪਾਵਰ ਨੇ, ਰਾਜ ਸਰਕਾਰ ਨੂੰ ਅਲੱਗ ਪਾਵਰ ਨੇਗੀਆਂ, ਤੇ ਜਿਹੜੀ ਇੱਕ ਸਮਵਰਤੀ ਸੂਚੀ ਹੈ ਇਹਦੇ ਵਿੱਚ ਕੇਂਦਰ ਤੇ ਰਾਜ ਦੋਨਾਂ ਕੋਲ ਪਾਵਰ ਹੈਗੀ, ਠੀਕ ਹੈ। ਪਰ ਜਿਹੜੀ ਵਾਧੂ ਸ਼ਕਤੀਆਂ ਬਚ ਗਈਆਂ ਤਾਂ ਉਹ ਕਿਹਦੇ ਕੋਲ ਹੁੰਦੀਆਂ ਨੇਗੀਆਂ, ਤਾਂ ਹੁੰਦੀਆਂ ਨੇ ਕੇਂਦਰ ਕੋਲੇ। ਤਾਂ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਜਿਹੜਾ ਕੈਨੇਡਾ ਦੇ ਸੰਵਿਧਾਨ ਤੋਂ ਅਸੀਂ ਉਧਾਰ ਲਿਆ ਹੈਗਾ, ਤਾਂ ਇਹਦੇ ਵਿੱਚ ਸੰਘੀ ਪ੍ਰਣਾਲੀ ਜਿਹੜੀ ਕੇਂਦਰ ਨੂੰ ਕੀ ਕਰਦੀ ਹੈ, ਮਜ਼ਬੂਤ ਕਰਦੀ ਹੈ। ਕੇਂਦਰ ਮਜ਼ਬੂਤ ਦਾ ਕੰਸੈਪਟ ਆ ਗਿਆ ਇੱਥੇ। ਰਾਜਪਾਲ ਦਾ ਅਹੁਦਾ ਹੈਗਾ, ਇਹ ਵੀ ਕੇਂਦਰ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ। ਰਾਜਪਾਲ ਦੁਆਰਾ ਕੁਝ ਜਿਹੜੇ ਬਿੱਲ ਨੇਗੇ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜੇ ਜਾਂਦੇ ਨੇਗੇ। ਤੇ ਇਸ ਤੋਂ ਇਲਾਵਾ ਵਾਧੂ ਸ਼ਕਤੀਆਂ ਦਾ ਮਤਲਬ ਕੁੱਲ ਮਿਲਾ ਕੇ ਕੇਂਦਰ ਦੀ ਮਜ਼ਬੂਤੀ ਦੀ ਇੱਥੇ ਗੱਲ ਕੀਤੀ ਗਈ ਹੈ। ਤਾਂ ਕੇਂਦਰ ਦੀ ਮਜ਼ਬੂਤੀ ਜਿਹੜੀ ਗੱਲ ਕੀਤੀ ਗਈ ਉਹ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਕੀਤੀ ਗਈ ਹੈ। ਤਾਂ ਇਹ ਜਿਹੜਾ ਕੰਸੈਪਟ ਹੈ ਅਸੀਂ ਕੈਨੇਡਾ ਦੇ ਸੰਵਿਧਾਨ ਤੋਂ ਉਧਾਰ ਲੈ ਲਿਆ, ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਵੈਰੀ ਇੰਪੋਰਟੈਂਟ ਹੈ ਜੀ ਅਗਲਾ, ਆਇਰਲੈਂਡ। ਆਇਰਲੈਂਡ ਦੇਖੋ ਇਹ ਤਾਂ ਸਾਰੇ ਤੁਸੀਂ ਕਾਮਨ ਜਾਣਦੇ ਹੋਵੋਗੇ ਵੀ ਇੱਕ ਤਾਂ ਅਸੀਂ ਉਧਾਰ ਲਿਆ ਜੀ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਠੀਕ ਹੈ। ਇਹ ਤਾਂ ਸਭ ਨੂੰ ਕਾਮਨ ਗੱਲ ਪਤਾ ਹੀ ਹੈ ਨਾ। ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ ਅਸੀਂ ਕਿਤੋਂ ਉਧਾਰ ਲਈ, ਆਇਰਲੈਂਡ ਤੋਂ ਲਈ ਹੈ। ਇਸ ਤੋਂ ਇਲਾਵਾ ਜੀ ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ, ਰਾਸ਼ਟਰਪਤੀ ਦੁਆਰਾ 12 ਜਿਹੜੇ ਮੈਂਬਰ ਨੇ ਉਹ ਰਾਜ ਸਭਾ ਦੇ ਵਿੱਚ ਨਾਮਜ਼ਦ ਕੀਤੇ ਜਾਂਦੇ ਨੇ, ਨੋਮੀਨੇਟ ਕੀਤੇ ਜਾਂਦੇ ਨੇ 12 ਮੈਂਬਰ ਜਿਹੜੇ ਨੇ, ਠੀਕ ਹੈ ਜੀ। ਕਿਹੜੇ ਕਿਹੜੇ ਸੈਕਟਰ 'ਚੋਂ ਕੀਤੇ ਜਾਂਦੇ ਨੇ, ਇੱਕ ਤਾਂ ਕੀਤੇ ਜਾਂਦੇ ਨੇ ਜੀ ਸਮਾਜ ਸੇਵਾ ਦੇ ਵਿੱਚੋਂ, ਸੋਸ਼ਲ ਵਰਕਰ ਦਾ ਕੋਈ, ਇੱਕ ਕਲਾ ਆਰਟ ਦੇ ਵਿੱਚੋਂ, ਇੱਕ ਵਿਗਿਆਨ ਦੇ ਵਿੱਚੋਂ, ਠੀਕ ਹੈ ਜੀ। ਸਮਾਜ ਸੇਵਾ, ਕਲਾ, ਵਿਗਿਆਨ ਤੇ ਇੱਕ ਸਾਹਿਤ ਦੇ ਵਿੱਚੋਂ, ਠੀਕ ਹੈ ਜੀ। ਤਾਂ 4 ਖੇਤਰ ਨੇ ਜੀ, ਸਮਾਜ ਸੇਵਾ, ਸੋਸ਼ਲ ਵਰਕ ਹੋ ਗਿਆ, ਆਰਟਸ ਹੋ ਗਈ, ਠੀਕ ਹੈ। ਆਰਟ ਮਤਲਬ ਕੋਈ ਵੀ ਤੁਸੀਂ ਕਲਾਕਾਰ ਹੋ, ਕੋਈ ਤੁਸੀਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਾਂ ਕੋਈ ਹੋਰ ਤੁਹਾਡੇ ਅੰਦਰ ਕਲਾ ਹੈਗੀ, ਠੀਕ ਹੈ। ਤਾਂ ਵਿਗਿਆਨ ਦੇ ਖੇਤਰ ਵਿੱਚੋਂ, ਤਾਂ ਇੱਕ ਲਿਟਰੇਚਰ ਦੇ ਵਿੱਚੋਂ, ਠੀਕ ਹੈ ਜੀ। ਤਾਂ ਇਹਨਾਂ 12 ਵਿਅਕਤੀਆਂ ਨੂੰ ਰਾਜ ਸਭਾ ਦੇ ਵਿੱਚ ਨਾਮਜ਼ਦ ਕਰ ਸਕਦਾ ਭਾਰਤ ਦਾ ਰਾਸ਼ਟਰਪਤੀ। ਤੀਸਰੀ ਜਿਹੜੀ ਚੀਜ਼ ਅਸੀਂ ਉਧਾਰ ਲਈ ਹੈ, ਇਹ ਲਿਆ ਜੀ ਰਾਸ਼ਟਰਪਤੀ ਦਾ ਚੋਣ ਮੰਡਲ, ਰਾਸ਼ਟਰਪਤੀ ਦਾ ਚੋਣ ਮੰਡਲ, ਠੀਕ ਹੈ। ਜਿਹਦਾ ਸੰਵਿਧਾਨ ਦੇ ਆਰਟੀਕਲ ਨੰਬਰ 54 ਦੇ ਵਿੱਚ ਵਰਣਨ ਕੀਤਾ ਗਿਆ ਹੈਗਾ, ਠੀਕ ਹੈ।
ਤਾਂ ਇਹਦੇ ਵਿੱਚ ਕੀ ਗਿਆ ਹੈਗਾ ਵੀ ਰਾਸ਼ਟਰਪਤੀ ਦੀ ਚੋਣ ਮੰਡਲ ਦੇ ਵਿੱਚ ਕੌਣ ਕੌਣ ਸ਼ਾਮਲ ਹੋਊਗਾ। ਤਾਂ ਸਾਨੂੰ ਪਤਾ ਵੀ ਰਾਸ਼ਟਰਪਤੀ ਚੋਣ ਮੰਡਲ ਦੇ ਵਿੱਚ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾਵਾਂ ਦੇ ਜਿਹੜੇ ਚੁਣੇ ਗਏ ਮੈਂਬਰ ਨੇ ਇਹ ਇਹਦੇ ਵਿੱਚ ਸ਼ਾਮਲ ਕੀਤੇ ਜਾਂਦੇ ਨੇ ਜੀ। ਚੁਣੇ ਗਏ ਮੈਂਬਰ ਇਹਦੇ ਵਿੱਚ ਸ਼ਾਮਲ ਹੁੰਦੇ ਨੇ। ਠੀਕ ਹੈ, ਤਾਂ ਇਹ ਅਸੀਂ ਕੰਸੈਪਟ ਕਿੱਥੋਂ ਉਧਾਰ ਲਿਆ ਜੀ? ਇਹ ਅਸੀਂ ਰਾਸ਼ਟਰਪਤੀ ਦਾ ਚੋਣ ਮੰਡਲ ਜਿਹੜਾ ਹੈ ਅਸੀਂ ਆਇਰਲੈਂਡ ਤੋਂ, 3 ਗੱਲਾਂ ਆਇਰਲੈਂਡ ਤੋਂ ਉਧਾਰ ਲਈਆਂ ਨੇਗੀਆਂ, ਤਾਂ ਇੰਪੋਰਟੈਂਟ ਹੈ ਜੀ ਕਾਫੀ ਇਹ। ਇਸ ਤੋਂ ਵੈਰੀ ਇੰਪੋਰਟੈਂਟ ਹੈ ਜੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ। ਤਾਂ ਇੱਕ ਤਾਂ ਲਿਆ ਜੀ ਅਸੀਂ ਪ੍ਰਸਤਾਵਨਾ ਦੀ ਭਾਸ਼ਾ। ਸਾਡੀ ਪ੍ਰੇਮਬਲ ਦੀ ਜਿਹੜੀ ਲੈਂਗੁਏਜ ਹੈ ਪ੍ਰਸਤਾਵਨਾ ਦੀ ਭਾਸ਼ਾ ਹੈਗੀ, ਜਿਵੇਂ ਅਸੀਂ ਭਾਰਤ ਦੇ ਲੋਕ। ਠੀਕ ਹੈ, ਤੇ ਭਾਸ਼ਾ ਜਿਹੜੀ ਲਈ ਗਈ ਹੈ ਇਹ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਉਧਾਰ ਲਈ ਗਈ ਹੈ। ਇਸ ਤੋਂ ਇਲਾਵਾ ਕੇਂਦਰ ਰਾਜ ਸੰਬੰਧ, ਕੇਂਦਰ ਰਾਜ ਸੰਬੰਧ ਜਿਹੜੇ ਨੇ ਕੇਂਦਰ ਤੇ ਰਾਜਾਂ ਦੇ ਵਿਚਕਾਰ ਕੀ ਕੀ ਸੰਬੰਧ ਹੋਣਗੇ, ਲੈਜਿਸਲੇਟਿਵ ਪਾਵਰ ਜਿਹੜੇ ਸੰਬੰਧ ਹੋਣਗੇ ਕੀ ਹੋਣਗੇ। ਠੀਕ ਹੈ, ਜੁਡੀਸ਼ਰੀ ਸੰਬੰਧ ਕੀ ਹੋਣਗੇ, ਜਾਂ ਅਲੱਗ-ਅਲੱਗ ਜਿਹੜੇ ਸੰਬੰਧ ਨੇ ਉਹ ਕੀ ਹੋਣਗੇ। ਠੀਕ ਹੈ, ਤਾਂ ਇਹ ਅਸੀਂ ਉਧਾਰ ਲਿਆ ਜੀ ਆਸਟ੍ਰੇਲੀਆ ਦੇ ਸੰਵਿਧਾਨ। ਇਸ ਤੋਂ ਇਲਾਵਾ ਜੀ ਅਸੀਂ ਉਧਾਰ ਲਈ ਇੱਕ ਸਮਵਰਤੀ ਸੂਚੀ, ਜਿਹੜੀ ਸਾਡੀ ਕਨਕਰੈਂਟ ਲਿਸਟ ਹੈ। ਸਮਵਰਤੀ ਜਿਹੜੀ ਸੂਚੀ ਹੈ ਇਹ ਵੀ ਅਸੀਂ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਉਧਾਰ ਲਈ ਹੈ। ਤਾਂ ਇਹ 3 ਗੱਲਾਂ ਇੰਪੋਰਟੈਂਟ ਨੇ ਆਸਟ੍ਰੇਲੀਆ ਦੇ ਸੰਵਿਧਾਨ ਦੀਆਂ, ਤੇ ਜਿਹੜੀ ਚੀਜ਼ਾਂ ਅਸੀਂ ਉਧਾਰ ਲਈਆਂ ਨੇ ਆਸਟ੍ਰੇਲੀਆ ਤੋਂ। ਠੀਕ ਹੈ ਜੀ, ਪ੍ਰਸਤਾਵਨਾ ਦੀ ਭਾਸ਼ਾ ਲਈ ਹੈ, ਕੇਂਦਰ ਰਾਜ ਸੰਬੰਧ ਲਈ ਹੈ, ਤੇ ਸਮਵਰਤੀ ਸੂਚੀ ਤੋਂ ਉਧਾਰ ਲਈ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਜਰਮਨੀ ਦੇ ਸੰਵਿਧਾਨ ਤੋਂ ਕੀ ਉਧਾਰ ਲਿਆ। ਵੀਮਰ ਸੰਵਿਧਾਨ ਸੀ ਜਿਹੜਾ ਇਹਦਾ, ਤਾਂ ਜਰਮਨੀ ਸੰਵਿਧਾਨ ਤੋਂ ਉਧਾਰ ਲਿਆ ਜੀ ਆਪਾਤਕਾਲੀਨ ਪ੍ਰਬੰਧ। ਮਤਲਬ ਜੀ ਰਾਸ਼ਟਰਪਤੀ ਦੇ ਆਪਾਤਕਾਲੀਨ ਸ਼ਕਤੀਆਂ ਨੇ। ਹੁਣ ਦੇਖੋ ਅਸੀਂ ਵਿੱਤੀ ਜਿਹੜਾ ਆਪਾਤਕਾਲ ਹੈ ਉਹ ਤਾਂ ਅਸੀਂ ਅਮਰੀਕਾ ਦੇ ਸੰਵਿਧਾਨ ਤੋਂ ਉਧਾਰ ਲਿਆ। ਰਾਸ਼ਟਰਪਤੀ ਦੇ 3 ਆਪਾਤਕਾਲੀਨ ਸ਼ਕਤੀਆਂ ਨੇ, ਇੱਕ ਹੈਗੇ ਜੀ ਰਾਸ਼ਟਰੀ ਆਪਾਤਕਾਲ, ਨੈਸ਼ਨਲ ਐਮਰਜੈਂਸੀ, ਰਾਸ਼ਟਰੀ ਆਪਾਤਕਾਲ ਜਿਹਦਾ ਵਰਣਨ ਆਰਟੀਕਲ ਨੰਬਰ 352 ਦਿੱਤਾ ਜਾਂਦਾ ਹੈ। ਤੇ ਨੰਬਰ 2 ਤੇ ਹੈਗਾ ਜੀ ਰਾਸ਼ਟਰਪਤੀ ਸ਼ਾਸਨ, ਜਿਹਦਾ ਵਰਣਨ ਆਰਟੀਕਲ 356 ਚ ਕੀਤਾ ਜਾਂਦਾ। ਠੀਕ ਹੈ ਜੀ, ਤਾਂ ਅਸੀਂ ਕਿਤੋਂ ਉਧਾਰ ਲਏ ਜੀ? ਇਹ ਜਰਮਨੀ ਦੇ ਸੰਵਿਧਾਨ ਤੋਂ ਉਧਾਰ ਲਏ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ ਕੀ ਉਧਾਰ ਲਿਆ? ਦੱਖਣੀ ਅਫਰੀਕਾ ਤੋਂ ਉਧਾਰ ਲਿਆ ਜੀ ਸੰਵਿਧਾਨ ਦੇ ਵਿੱਚ ਸੰਸ਼ੋਧਨ। ਸੰਵਿਧਾਨ ਦੇ ਵਿੱਚ ਸੰਸ਼ੋਧਨ, ਤਾਂ ਸੰਵਿਧਾਨ ਦੇ ਵਿੱਚ ਜਿਹੜਾ ਸੰਸ਼ੋਧਨ ਇਹਦਾ ਵਰਣਨ ਸਾਡੇ ਆਰਟੀਕਲ ਨੰਬਰ ਕਿੰਨੇ ਚ ਕੀਤਾ ਗਿਆ ਜੀ? ਆਰਟੀਕਲ ਨੰਬਰ 368 ਦੇ ਵਿੱਚ ਕੀਤਾ ਜਾਂਦਾ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਦਾ। ਠੀਕ ਹੈ ਜੀ, ਤਾਂ ਆਰਟੀਕਲ ਨੰਬਰ 368 ਦੇ ਅਨੁਸਾਰ ਅਮੈਂਡਮੈਂਟ ਕੀਤੀ ਜਾਂਦੀ ਹੈ ਸਾਡੇ ਸੰਵਿਧਾਨ ਦੇ ਵਿੱਚ। ਦੱਖਣੀ ਅਫਰੀਕਾ ਦੇ ਸੰਵਿਧਾਨ ਦੇ ਵਿੱਚ ਇਹਦਾ ਵਰਣਨ ਕੀਤਾ ਗਿਆ, ਅਸੀਂ ਇਹ ਚੀਜ਼ ਉੱਥੋਂ ਉਧਾਰ ਲਈ ਹੈ। ਨੈਕਸਟ ਗੱਲ ਕਰਦੇ ਹਾਂ ਆਪਾਂ ਜਾਪਾਨ ਦੇ ਸੰਵਿਧਾਨ ਤੋਂ। ਤੇ ਇੱਥੋਂ ਸੁਧਾਰ ਲਿਆ ਜੀ ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਕਾਨੂੰਨ ਦੁਆਰਾ ਸਥਾਪਿਤ ਪ੍ਰਕਿਰਿਆ। ਠੀਕ ਹੈ ਜੀ, ਤੇ ਜਾਪਾਨ ਦੇ ਸੰਵਿਧਾਨ ਦੁਆਰਾ ਲਈ ਹੈ। ਤੇ ਲਾਸਟ ਸੀ ਜੀ, ਤੇ ਦੇਖੋ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ 1935 ਦੇ ਐਕਟ ਦੇ ਅਨੁਸਾਰ ਅਸੀਂ ਕੀ ਕੁਛ ਉਧਾਰ ਲਿਆ। ਫਿਰ ਅਸੀਂ USA ਦੇ ਸੰਵਿਧਾਨ ਦੀ ਗੱਲ ਕੀਤੀ ਹੈ। ਠੀਕ ਹੈ, ਫਿਰ ਅਸੀਂ ਇੰਗਲੈਂਡ ਦੇ ਸੰਵਿਧਾਨ ਦੀ ਗੱਲ ਕੀਤੀ ਹੈ, ਅਸੀਂ ਕੈਨੇਡਾ ਦੇ ਸੰਵਿਧਾਨ ਦੀ ਗੱਲ ਕੀਤੀ ਹੈ। ਠੀਕ ਹੈ, ਅਸੀਂ ਆਸਟ੍ਰੇਲੀਆ ਦੇ ਸੰਵਿਧਾਨ ਦੀ ਗੱਲ ਕੀਤੀ ਹੈ। ਅਸੀਂ ਫਰਾਂਸ ਤੋਂ ਕੀ ਕੁਛ ਲਿਆ, ਅਸੀਂ ਜਰਮਨੀ ਤੋਂ ਕੀ ਕੁਛ ਲਿਆ। ਠੀਕ ਹੈ, ਤੇ ਜਾਪਾਨ ਤੋਂ ਅਸੀਂ ਕੀ ਕੁਛ ਲਿਆ ਹੈਗਾ, ਦੱਖਣੀ ਅਫਰੀਕਾ ਤੋਂ ਅਸੀਂ ਕੁਛ ਲਿਆ, ਅਸੀਂ ਰੂਸ ਤੋਂ ਕੀ ਕੁਛ ਲਿਆ। ਠੀਕ ਹੈ ਜੀ, ਅਸੀਂ ਫਰਾਂਸ ਤੋਂ ਹੋ ਗਿਆ ਸਾਰਾ। ਠੀਕ ਹੈ ਜੀ, ਤਾਂ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ ਤੇ ਐਗਜ਼ਾਮ ਦੇ ਵਿੱਚ ਤੁਹਾਡੇ ਪੁੱਛੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਵੀ ਪੁੱਛੀਆਂ ਜਾਣਗੀਆਂ। ਠੀਕ ਹੈ ਜੀ, ਤੇ ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਤੁਸੀਂ ਦਿਓ ਵੀ ਤੁਹਾਨੂੰ ਵੀਡੀਓ ਪਸੰਦ ਆਈ ਹੈ ਕਿ ਨਹੀਂ ਆਈ ਹੈਗੀ, ਤੇ ਤਾਂ ਕਿ ਅਸੀਂ ਇਸ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਵਧੀਆ ਵੀਡੀਓ ਜਿਹੜੀ ਨੂੰ ਬਣਾ ਸਕੀਏ। ਥੈਂਕ ਯੂ।